ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ, ਪ੍ਰੇਮੀ ਪਰਮੇਸ਼ਵਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਤੂੰ ਸਾਨੂੰ ਨਾ ਤਾਂ ਕਦੇ ਛੱਡਦਾ ਹੈ, ਨਾ ਕਦੇ ਤਿਆਗਦਾ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿੰਦਾ ਹੈ। ਅਸੀਂ ਤੇਰੀ ਭਲਾਈ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ। ਅੱਜ ਤੇਰੀ ਜੈ ਅਤੇ ਪੁਨਰਥਾਨ ਦਾ ਦਿਨ ਹੈ ਔਰ ਤੈਨੂੰ ਧੰਨਵਾਦ ਦੇਣ ਦਾ ਇਹ ਸਮਾਂ ਹੈ। ਪਰਮੇਸ਼ਵਰ, ਸਾਨੂੰ ਆਪ ਦੇ ਵਚਨ ਦੇ ਰਾਹੀਂ ਆਪ ਦੇ ਕੀਤੇ ਹੋਏ ਉਪਕਾਰਾਂ ਦਾ ਧੰਨਵਾਦ ਕਰਨ ਦੇ ਲਈ ਸਾਡੀ ਮਦਦ ਕਰ। ਜੋ ਵੀ ਧੰਨਵਾਦ ਦਾ ਵਚਨ ਅਸੀਂ ਤੇਰੇ ਅੱਗੇ ਪ੍ਰਸਤੁਤ ਕਰੀਏ, ਉਹ ਆਪ ਦੇ ਨਥਨਾਂ ਦੇ ਵਿੱਚ ਸੁਗੰਧ ਦੀ ਮਾਨੰਦ ਆਪ ਨੂੰ ਪ੍ਰਵਾਨ ਹੋਵੇ ਔਰ ਆਪ ਦਾ ਹੀ ਨਾਮ ਉੱਚਾ ਹੋਵੇ। ਇਹ ਸਭੋ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੇਨ। ਪਿਆਰੇ ਅਜ਼ੀਜ਼, ਜੋ ਅੱਜ ਦਾ ਮੈਂ ਵਚਨ ਦਾ ਭਾਗ ਲਿਆ ਹੈ, ਦੂਸਰਾ ਕਰੰਥੀਆਂ 5 ਅਧਿਆਏ ਉਸ ਦੀ 21 ਆਇਤ ਵਿੱਚੋਂ ਲਿਆ ਹੈ। ਇਹ ਕਾਫੀ ਜਾਣਿਆ ਅਤੇ ਪਛਾਣਿਆ ਖੰਡ ਹੈ ਔਰ ਬਹੁਤ ਵਾਰ ਅਸੀਂ ਇਹਦੇ ਵਿੱਚੋਂ ਗੱਲਾਂ ਕੀਤੀਆਂ, ਪਰ ਅੱਜ ਮੇਰਾ ਇਸ ਦੇ ਵਿੱਚ ਜੋ ਧੰਨਵਾਦ ਦਾ ਵਿਸ਼ਾ ਪਰਮੇਸ਼ਵਰ ਦੇ ਲਈ ਹੈ, ਉਹ ਹੈ ਯਸੂ ਮਸੀਹ ਵਿੱਚ ਅਸੀਂ ਧਰਮੀ ਬਣੇ। ਯਸੂ ਮਸੀਹ ਵਿੱਚ ਅਸੀਂ ਧਰਮੀ ਬਣੇ। ਇੱਥੇ ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਉਹਨੇ ਉਸ ਨੂੰ ਜਿਹੜਾ ਪਾਪ ਦਾ ਜਾਣੂ ਨਹੀਂ ਸੀ, ਸਾਡੀ ਖਾਤਰ ਪਾਪ ਠਹਿਰਾਇਆ ਗਿਆ, ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ਰ ਦਾ ਧਰਮ ਬਣੀਏ। ਮੇਰੇ ਪਿਆਰੇ ਅਜ਼ੀਜ਼, ਇਹ ਜਿਹੜੀ ਗੱਲ ਹੈ, ਪਰਮੇਸ਼ਰ ਦਾ ਵਚਨ ਕਿਤੇ ਵੀ ਇਸ ਗੱਲ ਦਾ ਵਰਣਨ ਨਹੀਂ ਕਰਦਾ ਕਿ ਮਸੀਹ ਅਸਲ ਵਿੱਚ ਇੱਕ ਪਾਪੀ ਬਣ ਗਿਆ ਸੀ। ਅਸਲ ਵਿੱਚ ਇੱਕ ਪਾਪੀ ਬਣ ਗਿਆ ਸੀ, ਇਹ ਕਿਤੇ ਵੀ ਜ਼ਿਕਰ ਨਹੀਂ ਹੈ, ਕਿਉਂ ਜੋ ਉਹ ਪਰਮੇਸ਼ਰ ਦਾ ਸਿੱਧ ਅਤੇ ਬੇਦਾਗ ਲੀਲਾ ਰਿਹਾ ਸੀ। ਅਰਥਾਤ ਪਾਪਾਂ ਲਈ ਇੱਕੋ ਇੱਕ ਸਿੱਧ ਬਲੀਦਾਨ। ਜਦੋਂ ਅਸੀਂ ਪਹਿਲਾ ਪਤਰਸ 1 ਅਧਿਆਏ ਉਸ ਦੀ 19 ਆਇਤ ਪੜ੍ਹਦੇ ਹਾਂ, ਤਾਂ ਉਸ ਦੇ ਵਿੱਚ ਲਿਖਿਆ ਹੈ, ਉਹ ਬੇਦਾਗ ਲੇਲਾ ਜਿਹੜਾ ਸਾਡੇ ਪਾਪਾਂ ਦੇ ਲਈ ਮਾਰਿਆ ਗਿਆ। ਸਾਡਾ ਛੁਟਕਾਰਾ ਸੋਨੇ ਚਾਂਦੀ ਅਰਥਾਤ ਬਹੁਮੁੱਲ ਵਸਤਾਂ ਨਾਲ ਨਹੀਂ ਹੋਇਆ। ਸਾਡਾ ਛੁਟਕਾਰਾ ਮਸੀਹ ਦੇ ਬਲੀਦਾਨ, ਮਸੀਹ ਦੇ ਉਸ ਲਾਹੂ ਦੇ ਰਾਹੀਂ ਜਿਹੜਾ ਕਲਵਰੀ ਕਰੂਸ ਦੇ ਉੱਤੇ ਮੇਰੇ ਅਤੇ ਆਪ ਦੇ ਲਈ ਵਹਾਇਆ ਗਿਆ। ਇਹ ਪਰਮੇਸ਼ਰ ਦਾ ਸਭ ਤੋਂ ਵੱਡਾ ਉਪਕਾਰ ਹੈ। ਇਹ ਪਰਮੇਸ਼ਰ ਦਾ ਸਭ ਤੋਂ ਵੱਡਾ ਰਿਣ ਹੈ, ਜਿਸ ਦਾ ਮੈਂ ਧੰਨਵਾਦ ਕਰਦੇ ਕਰਦੇ ਕਦੇ ਥੱਕ ਨਹੀਂ ਸਕਦਾ। ਇਹ ਉਹ ਉਪਕਾਰ ਹੈ ਜਿਸ ਨੇ ਮੈਨੂੰ ਸਦਾ ਦੀ ਮੌਤ ਵਿੱਚੋਂ ਛੁਡਾਇਆ। ਇਹ ਉਹ ਉਪਕਾਰ ਹੈ ਜਿਸ ਨੇ ਮੈਨੂੰ ਪਾਪਾਂ ਤੋਂ ਮੁਕਤ ਕੀਤਾ। ਇਹ ਉਹ ਉਪਕਾਰ ਹੈ ਜਿਸ ਨੇ ਮੈਨੂੰ ਪਰਮੇਸ਼ਵਰ ਦੇ ਸਵਰਗ ਰਾਜ ਦਾ ਅਧਿਕਾਰੀ ਬਣਾਇਆ। ਇਹ ਉਹ ਉਪਕਾਰ ਹੈ ਜਿਸ ਵਿੱਚ ਪਰਮੇਸ਼ਵਰ ਨੇ ਮੈਨੂੰ ਹੇ ਅੱਬਾ, ਹੇ ਪਿਤਾ ਕਹਿਣ ਦਾ ਅਖਤਿਆਰ ਦਿੱਤਾ। ਮੈਂ ਪਰਮੇਸ਼ਵਰ ਦੇ ਇਸ ਪੁੱਤਰ ਦੇ ਉਸ ਬਲੀਦਾਨ ਦੇ ਲਈ, ਜਿਹੜਾ ਮੇਰੇ ਲਈ ਕਲਵਰੀ ਕਰੂਸ ਦੇ ਉੱਤੇ ਬਲੀਦਾਨ ਹੋਇਆ, ਲਿਖਿਆ ਹੈ, ਜਿਹੜਾ ਪਾਪ ਦਾ ਜਾਣੂ ਨਹੀਂ ਸੀ। ਪ੍ਰਭੂ ਦੀ ਕਿਤੇ ਵੀ ਪਾਪ ਦੇ ਨਾਲ ਪਛਾਣ ਨਹੀਂ ਦੱਸੀ ਗਈ। ਉਹ 3 ਜਗ੍ਹਾ ਤੋਂ ਪਰਖਿਆ ਗਿਆ, 3 ਜਗ੍ਹਾ ਤੋਂ ਉਸ ਨੂੰ ਪੂਰੀ ਤਰ੍ਹਾਂ ਨਾਲ ਜਾਂਚਿਆ ਗਿਆ। ਉਹ ਪੂਰਨ ਪਵਿੱਤਰ ਨਿਕਲਿਆ ਔਰ ਪੂਰਨ ਪਵਿੱਤਰਤਾ ਦੇ ਵਿੱਚ ਉਹ ਪਾਇਆ ਗਿਆ। ਉਸ ਦੇ ਉੱਤੇ ਕੋਈ ਵੀ ਦੋਸ਼ ਸਿੱਧ ਨਹੀਂ ਕਰ ਸਕਿਆ। ਇਸੇ ਕਰਕੇ ਪੌਲਸ ਰਸੂਲ ਆਪਣੀ ਇਸ ਕਰੰਥੀਆਂ ਦੀ ਬਾਣੀ ਦੇ ਵਿੱਚ ਕਹਿੰਦਾ ਹੈ, ਦੂਸਰਾ ਕਰੰਥੀਆਂ 5:21 ਵਿੱਚ, ਉਸ ਨੇ ਉਸ ਨੂੰ ਜਿਨ੍ਹਾਂ ਪਾਪ ਦਾ ਜਾਣੂ ਨਹੀਂ ਸੀ ਸਾਡੀ ਖਾਤਰ ਪਾਪ ਠਹਿਰਾ। ਉਸ ਨੇ ਉਸ ਨੂੰ, ਪਰਮੇਸ਼ਰ ਨੇ ਪੁੱਤਰ ਨੂੰ, ਜਿਹੜਾ ਪਾਪ ਦਾ ਜਾਣੂ ਨਹੀਂ ਸੀ, ਸਾਡੀ ਖਾਤਰ ਪਾਪ ਠਹਿਰਾਇਆ। ਕਾਹਦੇ ਲਈ? ਮੈਂ ਪਾਪੀ ਬਚ ਜਾਵਾਂ। ਮੈਂ ਆਪਣਾ ਪਾਪ ਦਾ ਸਾਰਾ ਭਾਰ ਯਸੂ ਮਸੀਹ ਦੇ ਉੱਤੇ ਲੱਦ ਦਿੱਤਾ ਅਤੇ ਯਸੂ ਮਸੀਹ ਨੇ ਆਪਣੀ ਪਵਿੱਤਰਤਾ ਮੇਰੇ ਉੱਤੇ ਪਾ ਦਿੱਤੀ। ਹੁਣ ਮੇਰੀ ਪਛਾਣ ਪਰਮੇਸ਼ਰ ਪੁੱਤਰ ਯਸੂ ਮਸੀਹ ਦੀ ਮਾਨੰਦ ਪਰਮੇਸ਼ਰ ਦੇ ਅੱਗੇ ਹੁੰਦੀ ਹੈ।
इस लिए लिखिया, जेड़ा पाप दा जाणू नहीं सी मेरी खातर पाप बनिया, पाप ठहराया गया तां जो असी उस विच हो के परमेश्वर दी धार्मिकता बनी। धार्मिकता दा मतलब मेरा सही संबंध परमेश्वर दे नाल होना। कितनी अद्भुत गल है। इत्थे ही गल खत्म नहीं हुंदी। इत्थे वो कहता है पहला कुरंथियां जदों 5 अध्याय उस दी 9 आयत मैं पढ़दा हाँ तो उस विच परमेश्वर दा वचन साफ तरीके नाल कहता है, जदों असी दूसरा पहला कुरंथियां उस दा 5 अध्याय उस दी 7 आयत नूं मैं पढ़दा हाँ तो उस विच साफ रीति नाल लिखिया है, कहता है पुराना खमीर कढ के अपने आप नूं शुद्ध करो अते नवां गुन्निया होया अर्थात अखमीरी आटा बन जाओ जिवें के वास्तव विच हो, क्योंकि साडा फसा दा मेमना मसीह बलिदान होया है। किहदे लई? पापां दे लई, पापी दे लई। और पापी दे लिए बलिदान होया अते परमेश्वर पिता ने उस नूं अपने न्याय दा उद्देश बनाया जदों यसू ने सलीब उत्ते साडी मौत दी सजा दा भुगतान कीता सी। सचमुच ये गल परमेश्वर दे निमित्त मेरे जीवन विच धन्नवाद दी है, जेड़ा पाप दा जाणू नहीं सी, जेड़ी पाप दे कारण मौत दी सजा मैनू आनी सी, उस मौत दी सजा दा भुगतान परमेश्वर ने अपने पुत्र प्रभु यसू मसीह दे उत्ते लद दिता मेरी खातर। लिखिया उन्हें अपने इकलौते दा सरफा ना कीता। किन्ना महान है मेरा परमेश्वर, किन्ना धन्नवाद अते वडियाई अते उस्तत दे योग है मेरा परमेश्वर। ओ परमेश्वर जिस ने मेरे लिए अपने स्वर्गीय सिंहासन नूं छड्ड के मैनू पवित्र करन दे लई ओ पाप बनिया, जेड़ा पाप नहीं सी, और जिसने सारी सजा अपने उत्ते सह लई। जदों मैं यशाया दी पुस्तक उस दा 53 अध्याय उस दी 10 आयत नूं पढ़दा हाँ तो उस विच साफ रीति नाल लिखिया है कि उसने सारी बदी जिहड़ी मौत दी सी उस उत्ते लद दित्ती। मैं आप दे लई 10 आयत पढ़ रहा, पर यहोवा नूं पाया कि उस नूं कुचले अते सोग विच पावे। जद तू उस दी जान नूं दोष दी बरी ठहरावें तां ओह अपनी अंश नूं वेखेगा, ओह अपने दिन लम्मे करेगा ते यहोवा दी पौणी उस दे हथ विच सफल होवेगी। किस दे हथ विच? प्रभु यसू मसीह दे हथ विच। प्रभु ने इस कारज नूं जो परमेश्वर ने उस नूं दिता सी कालवरी क्रूस दे उत्ते सफल किया। उन्हें क्या? पिता पूरा होया मेरे लिए, मेरे पापी दे लिए, जिहड़ा पाप दी दलदल विच तसिया होया सी, जिस नूं पाप दे विचों निकलण दी कोई आस नहीं सी, उस नूं परमेश्वर ने अपने पुत्र दे राहीं अपना पवित्र लहू बहा के मेरे पापां दा ऋण चुकाण दे लई उस मौत दी सजा उस नूं कलवरी क्रूस दे उत्ते दे दित्ती कि मैं पापी बचाया जावां परमेश्वर दी जयवंत आराधना करन दे लई, परमेश्वर दी जयवंत भक्ति करन दे लई, परमेश्वर दी जयवंत आराधना करन दे लई। कितना अद्भुत है। साडे पापी जीवना लई एक प्रतिस्थापी वजों अपना सिद्ध जीवन मर्जी नाल देण दे द्वारा यसू ने हर समय दे सारे पाप दे पूर्ण दुख अते सजा नूं जिहड़ा मेरे उत्ते सी लै लिया। जिस प्रभु ने मेरे सारे दुख अते पाप नूं, उस सजा नूं, उस मौत नूं अपने उत्ते लै लिया, मैनू परमेश्वर दा पुत्र बना के परमेश्वर दी भगती दे लई रचन दे लई
ਕਿ ਉਹ ਪਰਮੇਸ਼ਰ ਧੰਨਵਾਦ ਅਤੇ ਉਸਤਤ ਦੇ ਯੋਗ ਨਹੀਂ, ਜਿਹਨੇ ਆਪਣੇ ਪੁੱਤਰ ਨੂੰ ਮੇਰੇ ਲਈ ਢਾ ਦਿੱਤਾ, ਜਿਹਨੇ ਆਪਣੇ ਪੁੱਤਰ ਦੇ ਰਾਹੀਂ ਮੈਨੂੰ ਧਰਮੀ ਬਣਾ ਲਿਆ, ਜਿਸ ਨੇ ਮੇਰਾ ਸਹੀ ਸੰਬੰਧ ਪਰਮੇਸ਼ਰ ਦੇ ਨਾਲ ਜੋੜ ਦਿੱਤਾ। ਕਿ ਉਹ ਪਰਮੇਸ਼ਰ ਜਿਸ ਨੇ ਮੇਰੇ ਉੱਤੇ ਆਪਣੇ ਪੁੱਤਰ ਦੇ ਰਾਹੀਂ ਉਪਕਾਰ ਕੀਤਾ, ਕਿ ਉਹ ਧੰਨਵਾਦ ਅਤੇ ਉਸਤਤ ਦੇ ਯੋਗ ਨਹੀਂ। ਸੱਚਮੁੱਚ ਉਹ ਧੰਨਵਾਦ ਦੇ ਯੋਗ ਪਰਮੇਸ਼ਰ ਹੈ। ਯਿਸੂ ਨੇ ਪਰਮੇਸ਼ਰ ਦੇ ਸਿੱਧ ਨਿਆਂ ਨੂੰ ਸੰਤੁਸ਼ਟ ਕੀਤਾ ਸੀ ਅਤੇ ਸਾਡੇ ਪੁਰਾਣੇ ਜੀਵਨਾਂ ਨੂੰ ਉਸ ਅੱਗੇ ਨਵੇਂ ਅਤੇ ਸਦੀਪਕ ਜਿਉਣ ਦੇ ਬਦਲੇ ਵਜੋਂ ਸਮਰਪਣ ਕਰ ਦਿੱਤਾ ਸੀ। ਜਿਸ ਨੇ ਆਪਣੇ ਜੀਵਨ ਨੂੰ ਮੇਰੇ ਲਈ ਸਮਰਪਣ ਕਰ ਦਿੱਤਾ ਸੀ ਪਰਮੇਸ਼ਰ ਦੀ ਪਵਿੱਤਰ ਭਗਤੀ ਕਰਨ ਦੇ ਲਈ, ਉਹ ਪਰਮੇਸ਼ਰ ਧੰਨਵਾਦ ਦੇ ਯੋਗ ਨਹੀਂ। ਅੱਜ ਦੁਨੀਆ ਜਗ੍ਹਾ ਜਗ੍ਹਾ ਐਸ਼ੋ ਆਰਾਮ ਕਰਦੀ ਹੈ, ਇੱਥੋਂ ਤੱਕ ਕਿ ਵਿਸ਼ਵਾਸੀ ਵੀ ਐਤਵਾਰ ਦੇ ਦਿਨ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਜਾਂਦੇ ਆ, ਆਪਣੇ ਕੰਮਾਂ ਕਾਰਾਂ ਦੇ ਵਿੱਚ ਫਸ ਜਾਂਦੇ ਆ ਔਰ ਉਹਨਾਂ ਦੇ ਜੀਵਨ ਉਸ ਦੇ ਵਿੱਚ ਬਤੀਤ, ਉਹ ਪਰਮੇਸ਼ਵਰ ਦੇ ਇਸ ਉਪਕਾਰ ਦਾ ਧੰਨਵਾਦ ਨਹੀਂ ਕਰਦੇ। ਪਰ ਪਰਮੇਸ਼ਵਰ ਇੱਥੇ ਮੈਨੂੰ ਕਹਿ ਰਿਹਾ, ਜਿਹੜਾ ਪਾਪ ਦਾ ਜਾਣੂ ਨਹੀਂ ਸੀ, ਸਾਡੀ ਖਾਤਰ ਪਾਪ ਠਹਿਰਾਇਆ ਗਿਆ, ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ਵਰ ਦਾ ਧਰਮ ਬਣੀਏ। ਪਰਮੇਸ਼ਵਰ ਦੀ ਧਾਰਮਿਕਤਾ ਬਣਨ ਦੇ ਲਈ, ਸਾਡਾ ਸਹੀ ਸੰਬੰਧ ਕਰਨ ਦੇ ਲਈ ਉਸਨੇ ਆਪਣੇ ਪੁੱਤਰ ਨੂੰ ਦਿੱਤਾ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਜਿਸ ਨੇ ਮੇਰੇ ਲਈ ਇੰਨਾ ਵੱਡਾ ਉਪਕਾਰ ਕੀਤਾ। ਮੈਂ ਉਸ ਨੂੰ ਕੀ ਦੇ ਸਕਦਾ ਹਾਂ? ਕੁਝ ਵੀ ਮੇਰੇ ਕੋਲ ਦੇਣ ਦੇ ਯੋਗ ਨਹੀਂ, ਨਾ ਰੁਪਇਆ, ਨਾ ਸੋਨਾ, ਨਾ ਚਾਂਦੀ, ਸਭ ਕੁਝ ਪਰਮੇਸ਼ਰ ਦਾ ਦਿੱਤਾ। ਇੱਥੋਂ ਤੱਕ ਕਿ ਮੇਰੇ ਪਾਪੀ ਜੀਵਨ ਨੂੰ ਬਚਾਉਣ ਦੇ ਲਈ ਉਸ ਦਾ ਜੀਵਨ ਦਿੱਤਾ ਗਿਆ। ਮੈਂ ਕੀ ਦੇ ਸਕਦਾ? ਬਾਈਬਲ ਦੇ ਵਿੱਚ, ਪਰਮੇਸ਼ਰ ਦੇ ਵਚਨ ਦੇ ਵਿੱਚ, ਜ਼ਬੂਰ 51 ਦੇ 17 ਦੇ ਵਿੱਚ ਲਿਖਿਆ ਹੈ, ਟੁੱਟਾ ਹੋਇਆ ਦਿਲ ਪਰਮੇਸ਼ਰ ਨੂੰ ਆਸੀਸ ਹੈ। ਪਰਮੇਸ਼ਰ ਇਸ ਟੁੱਟੇ ਹੋਏ ਦਿਲ ਦੇ ਨਾਲ ਜਦੋਂ ਅਸੀਂ ਉਸ ਦਾ ਧੰਨਵਾਦ ਕਰਦੇ ਹਾਂ, ਉਸ ਦੇ ਉਪਕਾਰਾਂ ਦਾ ਅਸੀਂ ਉਸ ਨੂੰ ਸਿਜਦਾ ਕਰਦੇ ਹਾਂ, ਪਰਮੇਸ਼ਰ ਉਸ ਤੋਂ ਡਾਢਾ ਆਨੰਦਿਤ ਹੁੰਦਾ ਹੈ। ਮੇਰੇ ਛੁਟਕਾਰੇ ਦੇ ਲਈ ਜੋ ਪਰਮੇਸ਼ਰ ਨੇ ਉਪਕਾਰ ਕੀਤਾ, ਜਦੋਂ ਮੈਂ ਉਸ ਦਾ ਧੰਨਵਾਦ ਕਰਦਾ, ਉਸ ਤੋਂ ਡਾਢਾ ਆਨੰਦ ਹੁੰਦਾ ਹੈ। ਇਸ ਲਈ ਮੈਂ ਇਸ ਵਚਨ ਦੇ ਰਾਹੀਂ ਉਸ ਪਰਮੇਸ਼ਰ ਦਾ, ਜਿਸ ਨੇ ਆਪਣੇ ਪੁੱਤਰ ਦੇ ਰਾਹੀਂ ਮੇਰੇ ਜੀਵਨ ਨੂੰ ਧਰਮੀ ਬਣਾਇਆ, ਮੈਂ ਉਸ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ। ਪ੍ਰਭੂ ਇਸ ਵਚਨ ਦੇ ਰਾਹੀਂ ਇਸ ਧੰਨਵਾਦ ਨੂੰ ਸਵੀਕਾਰ ਕਰੇ। ਸਾਰਿਆਂ ਨੂੰ ਜੈ ਮਸੀਹ ਦੀ। ਪ੍ਰਭੂ ਆਪ ਨੂੰ ਆਸ਼ੀਸ਼ ਦੇਵੇ।